ਵੈਲਕਮ ਆ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਵਿਦ ਜੱਸੀ ਦੇ ਵਿੱਚ ਹੋਪ ਸੋ ਸਾਰੇ ਬਹੁਤ ਵਧੀਆ ਹੋਵੋਗੇ। ਆਈ ਐਮ ਆਲਸੋ ਗੁੱਡ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਜੇ ਤੁਹਾਨੂੰ ਲੱਗੇ ਕਿ ਵੀਡੀਓ ਤੁਹਾਡੇ ਲਈ ਯੂਜ਼ਫੁਲ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਉਸ ਵੀਡੀਓ ਨੂੰ ਦੇਖ ਸਕੋ। ਔਰ ਜੋ ਵੀਡੀਓ ਨੂੰ ਫਸਟ ਟਾਈਮ ਦੇਖ ਰਿਹਾ ਮੇਰੀ ਰਿਕੁਐਸਟ ਹੈ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ ਤੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਜੋ ਕੰਪੀਟੀਟਿਵ एग्जाम रिगार्डिंग कर लिए यूजफुल हो सकते हैं। सो प्लीज़ वीडियो ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਵੀਡੀਓ ਨੂੰ ਪਿਆਰ ਜ਼ਰੂਰ ਦੇਣਾ ਔਰ ਵੱਧ ਤੋਂ ਵੱਧ ਸਪੋਰਟ ਕਰੋ। ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ। ਜੇ ਤੁਹਾਨੂੰ ਲੱਗਦਾ ਕਿ ਵੀਡੀਓ 'ਚ ਕੋਈ ਸਾਊਂਡ ਇਸ਼ੂ ਆ ਵੀਡੀਓ ਕਲੀਅਰ ਨਹੀਂ ਗੀ ਕਿਸੇ ਕੁਐਸਚਨ ਦਾ ਆਨਸਰ ਗਲਤ ਤਾਂ ਪਲੀਜ਼ ਕਮੈਂਟ ਨੂੰ ਪੋਜ਼ਿਟਿਵ ਹੀ ਨਾ ਕਰ ਦਿਓ। ਮੈਨੂੰ ਇੰਪਰੂਵ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ। ਜਿਹੜੇ ਤੁਹਾਡੇ ਪੋਜ਼ਿਟਿਵ ਕਮੈਂਟਸ ਹੁੰਦੇ ਨੇ ਉਹ ਪੋਜ਼ਿਟਿਵ એનર્ਜੀ ਦਿੰਦੇ ਨੇ ਮੋਟੀਵੇਸ਼ਨ ਮਿਲਦੀ ਹੈ। ਵੀਡੀਓ ਬਣਾਉਣ ਨੂੰ ਦਿਲ ਕਰਦਾ ਵਧੀਆ ਲੱਗਦਾ ਕਿ ਸਾਨੂੰ ਕੋਈ ਐਪਰੀਸ਼ੀਏਟ ਕਰ ਰਿਹਾ। ਤੁਹਾਡੀ ਸਭ ਦੀ ਐਪਰੀਸ਼ੀਏਸ਼ਨ ਮੇਰੇ ਲਈ ਇੱਕ ਮੋਟੀਵੇਸ਼ਨ ਦਾ ਕੰਮ ਕਰਦੀ ਹੈ। ਸੋ ਪਲੀਜ਼ ਵੀਡੀਓ ਨੂੰ ਜ਼ਰੂਰ ਪਿਆਰ ਦਿਆ ਕਰੋ। ਆਪਣੇ ਵੱਲੋਂ ਬਹੁਤ ਮਿਹਨਤ ਕਰ ਰਹੀ ਹਾਂ ਬਟ ਜਿਹੜੀ ਮੇਰੀ ਮਿਹਨਤ ਹੈ ਮੇਰੀ ਹਾਰਡ ਵਰਕ ਹੈ ਤੁਹਾਡੀ ਸਭ ਦੀ ਸਪੋਰਟ ਤੋਂ ਬਿਨਾਂ ਕਾਮਯਾਬ ਨਹੀਂ ਹੋਣਾ। ਸੋ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਜਿਵੇਂ ਕਿ ਪੰਜਾਬ ਪੁਲਿਸ ਕਾਂਸਟੇਬਲ ਐਗਜ਼ਾਮ ਦੀ ਆਪਾਂ ਤਿਆਰੀ ਕਰ ਰਹੇ ਹਾਂ ਰੈਗੂਲਰ ਕਲਾਸਿਸ ਚੱਲ ਰਹੀਆਂ ਨੇ। ਸੋ ਆਪਾਂ ਅੱਜ ਅੱਗੇ ਪੜ੍ਹਦੇ ਹਾਂ। ਨੈਸਰਗਿਕ ਨਿਆਂ ਯਾਨੀ ਕਿ ਨੈਚੁਰਲ ਜਸਟਿਸ ਦਾ ਸਿਧਾਂਤ ਕਾਹਦੇ ਵਿੱਚ ਇਨਵੋਲਵ ਹੈ, ਕਿਹੜੇ ਆਰਟੀਕਲ ਦੇ ਵਿੱਚ ਹੈ। क्वेश्चन किया नैसर्गिक न्याय का सिद्धांत काहदे विच है, अनुच्छेद 14 दे विच। काहदे विच है, अनुच्छेद 14 दे विच। ये कथन किसका है, मौलिक अधिकार संविधान की चेतना है। ये कथन किसका है, मौलिक अधिकार संविधान की चेतना है। किसका है, JL नेहरू। किसका है, JL नेहरू। हेठां किस अनुच्छेद विच बंदी प्रतिकरण ਦੀ ਸ਼ਾਮਿਲ ਹੈ, अनुच्छेद 22 ਦੇ ਵਿੱਚ। ਭਾਰਤੀ ਸੰਵਿਧਾਨ ਦੇ अनुच्छेद 14 ਦੇ ਵਿੱਚ ਨਿਹਿਤ ਕਾਨੂੰਨ ਦੇ ਸਨਮੁਖ ਸਮਤਾ ਦੀ ਤੁਲਨਾ ਕੀਤੀ ਜਾਂਦੀ ਹੈ ਕਿਸ ਦੇ ਨਾਲ, ਇੰਗਲੈਂਡ ਦੇ ਕਾਨੂੰਨ ਦੇ ਸ਼ਾਸਨ ਦੇ ਨਾਲ। ਕਿਸ ਦੇ ਨਾਲ, ਇੰਗਲੈਂਡ ਦੇ ਕਾਨੂੰਨ ਦੇ ਸ਼ਾਸਨ ਦੇ ਨਾਲ। ਅਲਪ ਸੰਖਿਅਕ ਵਰਗਾਂ ਨੂੰ ਭਾਸ਼ਾ ਜਾਂ ਧਰਮ ਦੇ ਆਧਾਰ 'ਤੇ ਆਪਣੀ ਰੁਚੀ ਨੂੰ ਸਿੱਖਣ, ਸੰਸਥਾਵਾਂ ਦੀ ਸਥਾਪਨਾ ਅਤੇ ਪ੍ਰਸ਼ਾਸਨ ਦਾ ਅਧਿਕਾਰ ਹੋਵੇਗਾ। ਅਜਿਹਾ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਹੈ, अनुच्छेद 30 ਦੇ ਵਿੱਚ। अनुच्छेद 29 ਵਿੱਚ ਵਰਣਿਤ ਕਿਹੜਾ ਅਧਿਕਾਰ ਹੈ, ਅਲਪ ਸੰਖਿਅਕ ਵਰਗਾਂ ਦੇ ਹਿੱਤਾਂ ਦੇ ਸੰਰਖਣ ਦਾ ਅਧਿਕਾਰ। ਅਲਪ ਸੰਖਿਅਕ ਵਰਗਾਂ ਦੇ ਹਿੱਤਾਂ ਦੇ ਸੰਰਖਣ ਦਾ ਅਧਿਕਾਰ। ਨਿਵਾਰਕ ਨਿਰੋਧ ਨੂੰ ਕਿਸ ਨੇ ਦਮਨ ਅਤੇ ਨਿਰਕੁਸ਼ਤਾ ਦਾ ਪੱਥਰ ਕਿਹਾ ਹੈ, ਬਖਸ਼ੀ ਟੇਕਚੰਦ ਨੇ। ਕਿਸ ਨੇ, ਬਖਸ਼ੀ ਟੇਕਚੰਦ ਨੇ। ਹੇਠ ਲਿਖਿਆਂ ਵਿੱਚੋਂ ਕਿਸ ਨੂੰ ਡਾਕਟਰ ਅੰਬੇਦਕਰ ਨੇ ਭਾਰਤੀ ਸੰਵਿਧਾਨ ਦੀ ਆਤਮਾ ਅਤੇ ਹਿਰਦਾ ਕਿਹਾ ਹੈ। ਕੁਐਸਚਨ ਕਾਫੀ ਇੰਪੋਰਟੈਂਟ ਹੈ। ਹੇਠ ਲਿਖਿਆਂ ਵਿੱਚੋਂ ਕਿਸ ਨੂੰ ਡਾਕਟਰ ਅੰਬੇਦਕਰ ਨੇ ਭਾਰਤੀ ਸੰਵਿਧਾਨ ਦੀ ਆਤਮਾ ਅਤੇ ਹਿਰਦਾ ਕਿਹਾ ਹੈ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਮੌਲਿਕ ਅਧਿਕਾਰ ਸਰਕਾਰ ਨੂੰ ਕੁਝ ਨਿਸ਼ਚਿਤ ਕੰਮ ਕਰਨ ਤੋਂ ਰੋਕਣ ਵਾਲੇ ਆਦੇਸ਼ ਹਨ। ਰਾਜ ਤੇ ਨੀਤੀ ਨਿਰਦੇਸ਼ਕਤਾ ਅਤੇ ਸਰਕਾਰ ਨੂੰ ਕੁਝ ਨਿਸ਼ਚਿਤ ਕੰਮ ਕਰਨ ਦੇ ਲਈ ਦਿੱਤੇ ਗਏ ਸਕਾਰਾਤਮਕ ਆਦੇਸ਼ ਹਨ। ਇਹ ਕਥਨ ਕਿਸ ਦਾ ਹੈ, ਇਹ ਗਲੈਡਹਿਲ ਦਾ। ਕਿਸ ਦਾ, ਗਲੈਡਹਿਲ ਦਾ। ਉੱਚ ਅਦਾਲਤ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਸਤਗਨ ਆਦੇਸ਼ ਕਿਸ ਅਨੁਛੇਦ ਦੇ ਤਹਿਤ ਜਾਰੀ ਕਰਦਾ ਹੈ। ਉੱਚ ਅਦਾਲਤ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਸਤਗਨ ਆਦੇਸ਼ ਕਿਸ ਅਨੁਛੇਦ ਦੇ ਤਹਿਤ ਜਾਰੀ ਕਰਦਾ, अनुच्छेद 226। अनुच्छेद 226। ਕਿਸੇ ਵਿਅਕਤੀ ਨੂੰ ਪ੍ਰਾਣ ਜਾਂ ਦੇਹਿਕ ਸੁਤੰਤਰਤਾ ਦੀ ਵਿਧੀ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਅਨੁਸਾਰ ਹੀ ਵੰਚਿਤ ਕੀਤਾ ਜਾਵੇਗਾ। ਕਿਸ ਅਨੁਛੇਦ ਵਿੱਚ ਲਿਖਿਤ ਹੈ, ਕਿਸੇ ਵਿਅਕਤੀ ਨੂੰ ਪ੍ਰਾਣ ਜਾਂ ਦੇਹਿਕ ਸੁਤੰਤਰਤਾ ਦੀ ਵਿਧੀ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਅਨੁਸਾਰ ਹੀ ਵੰਚਿਤ ਕੀਤਾ ਜਾਵੇਗਾ। ਕਿਹੜੇ 'ਚ, अनुच्छेद 21। ਇਹਨਾਂ ਨੇ ਅੱਗੇ ਆਪਣੇ ਇੱਕ अनुच्छेद ਦੇ ਆਰਟੀਕਲ ਦਿੱਤੇ ਕਿਹਦੇ ਨਾਲ ਮੈਚ ਕਰਦਾ ਆਪਾਂ ਮੈਚ ਕਰਨਾ। अनुच्छेद 19 ਦੇ ਵਿੱਚ ਕੀ ਕਿਹਾ ਗਿਆ ਵਾ, ਸੁਤੰਤਰਤਾ ਦਾ ਅਧਿਕਾਰ। अनुच्छेद 16 'ਚ ਕੀ ਕਿਹਾ ਗਿਆ ਹੈ, ਰਾਜ ਦੇ ਅਧੀਨ ਸੇਵਾਵਾਂ ਵਿੱਚ ਅਫਸਰ ਦੀ ਸਮਾਨਤਾ। अनुच्छेद 29 'ਚ ਕੀ ਕਿਹਾ ਗਿਆ, ਸੰਸਕ੍ਰਿਤੀ ਅਤੇ ਸਿੱਖਿਆ ਸੰਬੰਧੀ ਅਧਿਕਾਰ। अनुच्छेद 15 'ਚ ਕੀ ਕਿਹਾ ਗਿਆ ਵਾ, ਧਰਮ, ਮੂਲਵੰਸ਼, ਜਾਤੀ, ਲਿੰਗ, ਜਨਮ ਸਥਾਨ ਦੇ ਆਧਾਰ 'ਤੇ ਭੇਦਭਾਵ ਨਾ ਕਰਨਾ। ਜਿਹੜੀ ਪਿੱਛੇ ਡਿਸਟਰਬੈਂਸ ਆ ਪਲੀਜ਼ ਉਹਨੂੰ ਇਗਨੋਰ ਕਰ ਦਿਓ, ਇਟਸ ਮਾਈ ਹੰਬਲ ਰਿਕੁਐਸਟ। ਉੱਚਤਮ ਅਦਾਲਤ ਨੇ ਕਿਸ ਮੁਕੱਦਮੇ ਵਿੱਚ ਇਹ ਨਿਰਣਾ ਦਿੱਤਾ ਕਿ ਸੁਤੰਤਰਤਾ ਦੇ ਅੰਤਰਗਤ ਪ੍ਰੈਸ ਦੀ ਸੁਤੰਤਰਤਾ ਵੀ ਸ਼ਾਮਿਲ ਹੈ। ਉੱਚਤਮ ਅਦਾਲਤ ਨੇ ਕਿਸ ਮੁਕੱਦਮੇ ਵਿੱਚ ਇਹ ਨਿਰਣਾ ਦਿੱਤਾ ਕਿ ਸੁਤੰਤਰਤਾ ਦੇ ਅੰਤਰਗਤ ਪ੍ਰੈਸ ਦੀ ਸੁਤੰਤਰਤਾ ਵੀ ਸ਼ਾਮਿਲ ਹੈ। ਕਿਹਨੇ, ਸਾਕਲ ਪੈਪਰਸ ਲਿਮਟਿਡ ਬਨਾਮ ਭਾਰਤ। ਸਾਕਲ ਪੈਪਰਸ ਲਿਮਟਿਡ ਬਨਾਮ ਭਾਰਤ। ਮੂਲ ਅਧਿਕਾਰਾਂ ਨੂੰ ਸਭ ਤੋਂ ਪਹਿਲਾਂ ਪੂਰਨ ਸੰਵਿਧਾਨਿਕ ਪੱਧਰ ਪ੍ਰਾਪਤ ਹੋਇਆ ਕਿੱਥੋਂ, ਅਮਰੀਕਾ ਤੋਂ।
यानी कि USA यूनाइटेड स्टेट अमेरिका। फिर ਆਪਾਂ ਮੈਚ ਕਰਨਾ ਆ ਕਿ ਕਿਹੜੇ ਅਨੁਛੇਦ ਦੇ ਵਿੱਚ ਕਿਹੜੀ ਗੱਲ ਕੀਤੀ ਗਈ ਹੈ। ਅਨੁਛੇਦ 14 'ਚ ਕੀ ਕਿਹਾ ਗਿਆ ਵਾ, ਵਿਧੀ ਦੇ ਸਨਮੁਖ ਸਮਤਾ ਦਾ ਅਧਿਕਾਰ। ਅਨੁਛੇਦ 46 'ਚ ਕੀ ਕਿਹਾ ਗਿਆ ਵਾ, ਦੁਰਬਲ ਵਰਗਾਂ ਦੀ ਸ਼ੈਸ਼ਨਿਕ ਅਤੇ ਆਰਥਿਕ ਅਭਿਵਾਦੇ ਦੀ ਵਿਵਸਥਾ। ਅਨੁਛੇਦ 24 'ਚ ਕੀ ਕਿਹਾ ਗਿਆ ਵਾ, 15 ਸਾਲਾਂ ਤੋਂ ਘੱਟ ਉਮਰ ਦੇ ਬਾਲਕਾਂ ਦਾ ਕਾਰਖਾਨੇ ਆਦਿ ਵਿੱਚ ਨਿਯੋਜਨ। ਅਨੁਛੇਦ 17 ਦੇ ਵਿੱਚ ਛੂਆ-ਛੂਤ ਦਾ ਅੰਤ। ਅਨੁਛੇਦ 25 ਦੇ ਵਿੱਚ ਕੀ ਕਿਹਾ, ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਹੋਪ ਸੋ ਵੀਡੀਓ ਤੁਹਾਡੇ ਸਭ ਦੇ ਲਈ ਯੂਜ਼ਫੁਲ ਹੋਏਗੀ। ਸੋ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਡੇ ਸਭ ਦੇ ਪਿਆਰ ਅਤੇ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਸੋ ਪਲੀਜ਼ ਸਪੋਰਟ ਮੀ। ਆਪਣੇ ਵੱਲੋਂ ਮੈਂ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹਾਂ, ਪਰ ਉਸ ਹਿਸਾਬ ਨਾਲ ਰਿਸਪੌਂਸ ਨਹੀਂ ਮਿਲ ਰਿਹਾ, ਪਤਾ ਨਹੀਂ ਕੀ ਗੱਲ ਆ। ਫਿਲਹਾਲ ਇੰਨੇ ਜੋਗੀ ਨਹੀਂ ਹੈ ਕਿ ਪ੍ਰੋਜੈਕਟਰ ਵਗੈਰਾ ਲੈ ਸਕਾਂ, ਕੋਈ ਬਲੈਕ ਬੋਰਡ ਦਾ ਅਰੇਂਜ ਕਰ ਸਕਾਂ। ਪਲੀਜ਼ ਇਸੇ ਕਰਕੇ ਮੈਂ ਫਿਲਹਾਲ ਇੱਦਾਂ ਹੀ ਚੱਲ ਰਹੀ ਹਾਂ। ਸੋ ਪਲੀਜ਼ ਸਪੋਰਟ ਕਰਿਓ। ਕਿਸਨੇ ਭਾਰਤੀ ਸੰਵਿਧਾਨ ਦੇ ਅਨੁਛੇਦ 32 ਨੂੰ ਭਾਰਤੀ ਸੰਵਿਧਾਨ ਦਾ ਸਭ ਤੋਂ ਪ੍ਰਮੁੱਖ ਲੱਛਣ ਅਤੇ ਸੰਵਿਧਾਨ ਦੁਆਰਾ ਸਥਾਪਿਤ ਪ੍ਰਜਾਤਾਂਤਰਿਕ ਭਵਨ ਦੀ ਆਧਾਰਸ਼ਿਲਾ ਕਿਹਾ ਹੈ? ਗਜਿੰਦਰ ਗੜਕਰ ਨੇ। ਕਿਸਨੇ? ਗਜਿੰਦਰ ਗੜਕਰ ਨੇ। ਲਾ, ਲਿਬਰਟੀ ਐਂਡ ਲਾਈਫ ਦੇ ਲੇਖਕ ਕੌਣ ਹਨ? ਕਾਫੀ ਇੰਪੋਰਟੈਂਟ ਹੈ। ਲਾ, ਲਿਬਰਟੀ ਐਂਡ ਲਾਈਫ ਦੇ ਲੇਖਕ ਹਨ ਨਿਆਇਮੂਰਤੀ ਸ਼ਾਗਲਾ। ਕੌਣ ਹਨ? ਨਿਆਇਮੂਰਤੀ ਸ਼ਾਗਲਾ। ਪ੍ਰੈਸ ਦੀ ਸੁਤੰਤਰਤਾ ਵਿੱਚ ਕੀ ਸ਼ਾਮਿਲ ਹੈ? ਪ੍ਰਾਣ ਅਤੇ ਦੈਹਿਕ ਸੁਤੰਤਰਤਾ। ਪ੍ਰਾਣ ਅਤੇ ਦੈਹਿਕ ਸੁਤੰਤਰਤਾ। ਭਾਰਤ ਦੇ ਸੰਵਿਧਾਨ ਵਿੱਚ ਛੂਆ-ਛੂਤ ਨੂੰ ਸਮਾਪਤ ਕਰ ਦਿੱਤਾ ਗਿਆ ਕਿਸ ਆਰਟੀਕਲ ਦੇ ਅਧੀਨ? 17 ਦੁਆਰਾ। ਕਿਸ ਦੇਸ਼ ਨੂੰ ਸੰਘ ਨਹੀਂ ਬਲਕਿ ਪਰਿਸੰਘ ਮੰਨਿਆ ਜਾਂਦਾ ਹੈ? ਕਿਸ ਦੇਸ਼ ਨੂੰ ਸੰਘ ਨਹੀਂ ਬਲਕਿ ਪਰਿਸੰਘ ਮੰਨਿਆ ਜਾਂਦਾ? ਸਵਿਟਜ਼ਰਲੈਂਡ। ਫੈਡਰੇਸ਼ਨ ਆਫ ਦੀ ਸਟੇਟਸ। ਭਾਰਤ ਦੇ ਸੰਵਿਧਾਨ ਦੇ ਅਨੁਛੇਦ 19 ਦੇ ਵਿੱਚ ਉਲੇਖਿਤ ਸੁਤੰਤਰਤਾ ਦੇ ਅਧਿਕਾਰ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਲੰਬਿਤ ਕੀਤਾ ਜਾ ਸਕਦਾ ਹੈ? ਕਿਸ ਆਰਟੀਕਲ ਦੇ ਅਧੀਨ? 352 ਦੇ ਅਧੀਨ। ਮੂਲ ਅਧਿਕਾਰਾਂ ਨੂੰ ਪਰਿਵਰਤਿਤ ਕਰਨ ਦੇ ਲਈ ਰਿਟ ਜਾਰੀ ਕਰ ਸਕਦੇ ਹਨ ਉੱਚਤਮ ਅਤੇ ਉੱਚ ਅਦਾਲਤਾਂ ਦੋਨੇ ਹੀ। ਰਿਟ ਕੌਣ ਜਾਰੀ ਕਰ ਸਕਦਾ ਹੈ? ਉੱਚਤਮ ਅਤੇ ਉੱਚ ਅਦਾਲਤਾਂ ਦੋਨੇ ਹੀ। ਅਨੁਛੇਦ 18 ਨਿਰਦਿਸ਼ਟ ਹੈ ਕਿਸੇ ਦਾ ਉਪਾਧੀਆਂ ਦਾ ਅੰਤ। ਕਿਸ ਦਾ? ਉਪਾਧੀਆਂ ਦਾ ਅੰਤ। ਹੇਠ ਲਿਖੇ ਕਰਤੱਵ ਰਾਜ ਅਤੇ ਨਾਗਰਿਕਾਂ ਦੇ ਲਈ ਨਿਹਿਤ ਕੀਤੇ ਗਏ ਹਨ। ਕਿਹੜੇ ਕਿਹੜੇ ਇਹਨਾਂ ਚੋਂ? ਇੱਕ ਤਾਂ ਹੈਗਾ ਵਿਗਿਆਨਿਕ ਮਾਨਸਿਕਤਾ ਵਿਕਸਿਤ ਕਰਨਾ, ਸਮਾਨ ਭਰਾਤਰੀ ਭਾਵ ਦਾ ਸੰਵਰਧਨ ਕਰਨਾ, ਦੇਸ਼ ਦੀ ਸੁਰੱਖਿਆ ਕਰਨਾ। ਹੇਠ ਲਿਖਿਆਂ ਵਿੱਚ ਕਿਸ ਅਧਿਕਾਰ ਨੂੰ ਡਾਕਟਰ ਅੰਬੇਦਕਰ ਨੇ ਸੰਵਿਧਾਨ ਦਾ ਹਿਰਦੇ ਅਤੇ ਆਤਮਾ ਕਿਹਾ ਹੈ? ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਕੁਐਸਚਨ ਕਾਫੀ ਵਾਰ ਰਿਪੀਟ ਹੋ ਗਿਆ। ਕਿਹੜਾ ਮੂਲ ਅਧਿਕਾਰ ਸਿਰਫ ਭਾਰਤੀਆਂ ਨੂੰ ਦਿੱਤਾ ਗਿਆ ਹੈ ਅਤੇ ਭਾਰਤ ਵਿੱਚ ਰਹਿਣ ਵਾਲੇ ਵਿਦੇਸ਼ੀਆਂ ਨੂੰ ਨਹੀਂ? ਵਾਕ ਸੁਤੰਤਰਤਾ ਅਤੇ ਅਭਿਵਿਅਕਤੀ ਸੁਤੰਤਰਤਾ। ਧਰਮ ਦੀ ਸੁਤੰਤਰਤਾ ਦੇ ਅਧਿਕਾਰ ਦੇ ਵਿਸ਼ੇ ਵਿੱਚ ਹੇਠ ਲਿਖੇ ਵਕਤਾਵਾਂ ਵਿਸ਼ੇ ਵਿੱਚ ਕਿਹੜਾ ਸਹੀ ਨਹੀਂ ਹੈ? ਕੀ ਸਹੀ ਨਹੀਂ ਹੈਗਾ? ਕਿ ਕਿਸੇ ਧਾਰਮਿਕ ਸੰਪਰਦਾਇ ਦੁਆਰਾ ਇੱਕ ਧਰਮ ਵਿਸ਼ੇਸ਼ ਨੂੰ ਪ੍ਰੋਤਸਾਹਨ ਅਤੇ ਅਨੁਰੱਖਣ ਦੇਣ ਦੇ ਲਈ ਵਿਨਿਯੋਜਿਤ ਕੀਤੀ ਗਈ ਨੀਤੀਆਂ 'ਤੇ ਕਰ ਲਗਾਇਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਦੁਆਰਾ ਪ੍ਰਬੰਧਿਤ ਮੂਲ ਅਧਿਕਾਰਾਂ ਨੂੰ ਨਿਲੰਬਿਤ ਕੀਤਾ ਜਾ ਸਕਦਾ ਸਿਰਫ ਰਾਸ਼ਟਰਪਤੀ ਆਪਾਤ ਦੀ ਘੋਸ਼ਣਾ ਦੁਆਰਾ। ਕਦੋਂ? ਰਾਸ਼ਟਰਪਤੀ ਆਪਾਤ ਦੀ ਘੋਸ਼ਣਾ ਦੁਆਰਾ। ਬੰਦੀ ਪ੍ਰਤੀਕਰਨ ਦਾ ਅਰਥ ਕੀ ਹੈ? ਬੰਦੀ ਪ੍ਰਤੀਕਰਨ ਦਾ ਅਰਥ ਹੈ ਅਦਾਲਤ ਦੁਆਰਾ ਜਾਰੀ ਕੀਤਾ ਗਿਆ ਆਲੇਖ। ਅਦਾਲਤ ਦੁਆਰਾ ਜਾਰੀ ਕੀਤਾ ਗਿਆ ਆਲੇਖ। ਨਿਮਨਲਿਖਤ ਵਿੱਚ ਕਿਸ ਵਾਦ ਵਿੱਚ ਨਿਰਧਾਰਿਤ ਕੀਤਾ ਗਿਆ ਸੀ ਕਿ ਅਨੁਛੇਦ 368 ਦੇ ਅਧੀਨ ਪਾਰਿਤ ਸੰਵਿਧਾਨਿਕ ਸੋਧਾਂ ਦੁਆਰਾ ਭਾਗ 3 ਦੇ ਵਿੱਚ ਸੋਧ ਕਰਕੇ ਮੂਲ ਅਧਿਕਾਰਾਂ ਨੂੰ ਲਿਆ ਜਾ ਸਕਦਾ ਹੈ ਅਤੇ ਅਜਿਹੀ ਵਿਧੀ ਅਨੁਛੇਦ 13 ਵਿੱਚ ਪ੍ਰਯੁਕਤ ਵਿਧੀ ਸ਼ਬਦ ਦੇ ਅੰਤਰਗਤ ਨਹੀਂ ਆਉਂਦੀ? ਕਿਹੜੀ? ਸ਼ੰਕਰੀ ਪ੍ਰਸਾਦ ਬਨਾਮ ਭਾਰਤ ਸੰਘ, ਸੱਜਣ ਸਿੰਘ ਬਨਾਮ ਰਾਜਸਥਾਨ ਰਾਜ। ਕਿਸ ਸੰਵਿਧਾਨ ਸੋਧ ਦੁਆਰਾ ਗੋਲਕਨਾਥ ਬਨਾਮ ਪੰਜਾਬ ਰਾਜ ਵਿੱਚ ਦਿੱਤੇ ਗਏ ਨਿਰਣਆਂ ਦੇ ਪ੍ਰਭਾਵ ਨੂੰ ਸਮਾਪਤ ਕਰ ਦਿੱਤਾ ਗਿਆ ਹੈ? 24ਵੇਂ। ਕਿਸ ਵਾਦ ਵਿੱਚ ਉੱਚਤਮ ਅਦਾਲਤ ਨੇ 24ਵੇਂ ਸੋਧ ਨੂੰ ਵਿਧੀਮਾਨ ਘੋਸ਼ਿਤ ਕੀਤਾ ਜਦਕਿ ਸੰਸਦ ਦੀ ਸੰਸ਼ੋਧਨ ਸ਼ਕਤੀ 'ਤੇ ਇੱਕ ਮਹੱਤਵਪੂਰਨ ਪਰਿਸੀਮਾ ਲਗਾ ਦਿੱਤੀ? ਕੇਸ਼ਵਾਨੰਦ ਭਾਰਤੀ ਬਨਾਮ ਭਾਰਤ ਸੰਘ। ਨੈਚੁਰਲ ਜਸਟਿਸ ਦਾ ਸਿਧਾਂਤ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਹੈ? 16 ਦੇ ਵਿੱਚ। ਇੰਦਰਾ ਸਾਹਨੀ ਬਨਾਮ ਭਾਰਤ ਸੰਘ ਵਿਵਾਦ ਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ? ਮੰਡਲ ਆਯੋਗ ਦਾ ਸਾਹਮਣਾ। ਕੀ ਹੈ? ਮੰਡਲ ਆਯੋਗ ਦਾ ਸਾਹਮਣਾ। ਨਿਮਨਲਿਖਤ ਵਿੱਚੋਂ ਕਿਸ ਅਨੁਛੇਦ ਵਿੱਚ ਵਰਣਿਤ ਹੈ ਕਿ ਕੋਈ ਵਿਅਕਤੀ ਇੱਕ ਹੀ ਅਪਰਾਧ ਦੇ ਲਈ ਇੱਕ ਵਾਰ ਤੋਂ ਜ਼ਿਆਦਾ
ਅਭਿਯੋਜਿਤ ਅਤੇ ਦੰਡਿਤ ਨਹੀਂ ਕੀਤਾ ਜਾਵੇਗਾ। ਇਹ ਉਪਬੰਧ ਆਂਗਲ ਵਿਧੀ ਦੇ ਸਿਧਾਂਤ 'ਤੇ ਆਧਾਰਿਤ ਹੈ, ਜਿਸ ਦੇ ਅਨੁਸਾਰ ਕਿਸੇ ਵਿਅਕਤੀ ਨੂੰ ਇੱਕ ਹੀ ਅਪਰਾਧ ਦੇ ਲਈ 2 ਵਾਰ ਅਭਿਯੋਜਿਤ ਜਾਂ ਦੰਡਿਤ ਨਹੀਂ ਕੀਤਾ ਜਾ ਸਕਦਾ। ਅਨੁਛੇਦ 20 ਦੇ 2 ਦੇ ਵਿੱਚ ਕਿਸੇ ਮੁਕੱਦਮੇ ਵਿੱਚ ਉੱਚਤਮ ਅਦਾਲਤ ਨੇ ਤੈਅ ਕੀਤਾ ਹੈ ਕਿ ਅਨੁਛੇਦ 21 ਸਿਰਫ ਕਾਰਜਪਾਲਿਕਾ ਦੇ ਕਾਰਜਾਂ ਦੇ ਵਿਰੁੱਧ ਵਿਅਕਤੀ ਨੂੰ ਪ੍ਰਦਾਨ ਕਰਦਾ ਹੈ, ਵਿਧਾਨ ਮੰਡਲ ਦੇ ਵਿਰੁੱਧ ਨਹੀਂ, ਅਤੇ ਵਿਧਾਨ ਮੰਡਲ ਵਿਧੀ ਪਾਰਿਤ ਕਰਕੇ ਕਿਸੇ ਵਿਅਕਤੀ ਨੂੰ ਉਸਦੇ ਪ੍ਰਾਣ ਅਤੇ ਦੈਹਿਕ ਸੁਤੰਤਰਤਾ ਵੰਚਿਤ ਕਰ ਸਕਦਾ ਹੈ। ਗੋਪਾਲਨ ਬਨਾਮ ਮਦਰਾਸ ਰਾਜ। ਗੋਪਾਲਨ ਬਨਾਮ ਮਦਰਾਸ ਰਾਜ। ਕਿਸ ਵਾਦ ਵਿੱਚ ਉੱਚਤਮ ਅਦਾਲਤ ਨੇ ਇਹ ਨਿਰਣਾ ਦਿੱਤਾ ਸੀ ਕਿ ਅਨੁਛੇਦ 21 ਸਿਰਫ ਕਾਰਜਪਾਲਿਕਾ ਦੇ ਕਾਰਜਾਂ ਦੇ ਵਿਰੁੱਧ ਨਹੀਂ ਬਲਕਿ ਵਿਧਾਇਕਾਂ ਦੇ ਵਿਰੁੱਧ ਵੀ ਸੰਰਖਣ ਪ੍ਰਦਾਨ ਕਰਦਾ ਹੈ। ਵਿਧਾਨ ਮੰਡਲ ਦੁਆਰਾ ਪਾਰਿਤ ਕਿਸੇ ਵਿਧੀ ਦੇ ਅਧੀਨ ਵਿਵਾਹਿਤ ਪ੍ਰਕਿਰਿਆ ਜੋ ਕਿਸੇ ਵਿਅਕਤੀ ਨੂੰ ਉਸਦੇ ਪ੍ਰਾਣ ਅਤੇ ਦੈਹਿਕ ਸਵਾਧੀਨਤਾ ਤੋਂ ਵੰਚਿਤ ਕਰਦੀ ਹੈ, ਉਚਿਤ ਯੁਕਤ ਅਤੇ ਨੈਸਰਿਕ ਨਿਆਂ ਦੇ ਸਿਧਾਂਤ ਦੇ ਅਨੁਰੂਪ ਹੋਣੀ ਚਾਹੀਦੀ ਹੈ। ਮੇਨਕਾ ਗਾਂਧੀ ਬਨਾਮ ਭਾਰਤ ਸੰਘ 1978। ਮੇਨਕਾ ਗਾਂਧੀ ਬਨਾਮ ਭਾਰਤ ਸੰਘ 1978। ਹੇਠ ਲਿਖਿਆਂ ਵਿੱਚੋਂ ਕਿਸ ਵਾਦ ਵਿੱਚ ਉੱਚਤਮ ਅਦਾਲਤ ਨੇ ਤੈਅ ਕੀਤਾ ਹੈ ਕਿ ਪ੍ਰਾਈਵੇਸੀ ਦਾ ਅਧਿਕਾਰ ਰਾਈਟ ਆਫ ਪ੍ਰਾਈਵੇਸੀ ਸੰਵਿਧਾਨ ਦੇ ਅਨੁਛੇਦ 21 ਦੇ ਅੰਤਰਗਤ ਇੱਕ ਮੂਲ ਅਧਿਕਾਰ ਹੈ ਅਤੇ ਕੋਈ ਵੀ ਕਿਸੇ ਵਿਅਕਤੀ ਦੇ ਨਿੱਜੀ ਜੀਵਨ ਵਿੱਚ ਦਖਲ ਨਹੀਂ ਦੇ ਸਕਦਾ। ਰਾਜਗੋਪਾਲ ਬਨਾਮ ਤਮਿਲਨਾਡੂ ਰਾਜ 1994 ਦੇ ਵਿੱਚ। ਅਨੁਛੇਦ 23 ਦਾ ਅਧਿਕਾਰ ਪ੍ਰਾਪਤ ਹੈ ਕਿਹਦਾ? ਨਾਗਰਿਕਾਂ ਨੂੰ ਅਤੇ ਗੈਰ ਨਾਗਰਿਕਾਂ ਦੋਨਾਂ ਨੂੰ। ਨਿਮਨਲਿਖਤ ਵਿੱਚੋਂ ਕਿਹਨਾਂ ਆਧਾਰਾਂ 'ਤੇ ਸਿੱਖਿਆ ਸੰਸਥਾਵਾਂ ਦੇ ਵਿੱਚ ਪ੍ਰਵੇਸ਼ ਦੇ ਲਈ ਭੇਦਭਾਵ ਸੰਵਿਧਾਨ ਦੁਆਰਾ ਵਰਜਿਤ ਹੈ? ਧਰਮ ਅਤੇ ਪ੍ਰਜਾਤੀ, ਲਿੰਗ ਅਤੇ ਜਨਮ ਸਥਾਨ ਦੋਨੋਂ। ਮੂਲ ਅਧਿਕਾਰਾਂ ਦਾ ਨਿਯਮਨ ਕਿਹੜਾ ਵਰਗ ਛੂਆ-ਛਾਤ ਦੀ ਸਮਾਪਤੀ ਨੂੰ ਸਮਾਵਿਸ਼ਟ ਕਰਦਾ ਹੈ? ਸਮਾਨਤਾ ਦਾ ਅਧਿਕਾਰ। ਸੰਵਿਧਾਨ ਵਿੱਚ ਮੂਲ ਕਰਤੱਵ ਕਿਸ ਸੰਸ਼ੋਧਨ ਦੁਆਰਾ ਜੋੜੇ ਗਏ ਹਨ? 22ਵੇਂ। ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵਿਆਂ ਦਾ ਉਲੇਖ ਕਿਸ ਅਨੁਛੇਦ ਵਿੱਚ ਕੀਤਾ ਗਿਆ ਹੈ? 51 ਕੱਕਾ। ਮੂਲ ਕਰਤੱਵ ਨਿਮਨਲਿਖਤ ਵਿੱਚੋਂ ਕਿਹੜਾ ਸਹੀ ਨਹੀਂ ਹੈ? ਆਪਣੇ ਧਰਮ ਦੀ ਪਾਲਣਾ ਕਰਨਾ। ਆਪਣਾ ਧਰਮ ਦਾ ਪਾਲਣ ਕਰਨਾ। ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਮੂਲ ਕਰਤੱਵ ਕਿਸ ਦੇ ਹਨ? ਸਾਰੇ ਨਾਗਰਿਕਾਂ ਦੇ ਲਈ ਹਨ। ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਆ, ਪਲੀਜ਼ ਸਪੋਰਟ ਕਰੋ। ਕਿਹੜਾ ਕਰਤੱਵ ਮੌਲਿਕ ਕਰਤੱਵ ਨਹੀਂ ਹੈ? ਸਮਾਰਕਾਂ ਅਤੇ ਰਾਸ਼ਟਰੀ ਮਹੱਤਵ ਦੇ ਸਥਾਨਾਂ ਦੀ ਰੱਖਿਆ ਕਰਨਾ। ਹੋਪ ਸੋ ਵੀਡੀਓ ਤੁਹਾਡੇ ਸਭ ਦੇ ਲਈ ਯੂਜ਼ਫੁਲ ਹੋਏਗੀ। ਸੋ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਸਕੋ। ਐਂਡ ਆਲ ਦੀ ਬੈਸਟ ਆਲ ਆਫ ਯੂ ਫॉर योर एग्जाम। थैंक यू।